ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਸੇਵਕ ਆਸਟ੍ਰੇਲੀਆ ਵੱਲੋਂ ਜੋ ਹਿਸਟਰੀ ਸੀਰੀਜ਼ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਅਸੀਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜੀਵਨ ਵਿਚਾਰਿਆ ਸੀ। ਉਸਦੇ 4 ਪਾਰਟ ਹੋ ਚੁੱਕੇ ਹਨ, 4 ਹਿੱਸੇ ਹੋ ਚੁੱਕੇ ਹਨ, ਜਿਸ ਵਿੱਚ ਅਸੀਂ ਪੂਰਾ ਭਾਈ ਸਾਹਿਬ ਜੀ ਦਾ ਜੀਵਨ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਮਹਾਨ ਵਿਅਕਤੀਆਂ ਦਾ ਜੀਵਨ ਬਹੁਤ ਮਹਾਨ ਹੁੰਦਾ ਹੈ। ਇੱਕ ਕੁੱਜੇ ਵਿੱਚ ਸਮੁੰਦਰ ਨੂੰ ਬੰਦ ਕਰਨ ਦੇ ਬਰਾਬਰ ਹੁੰਦਾ ਹੈ। ਫਿਰ ਵੀ ਦਾਸਰਿਆਂ ਵੱਲੋਂ ਨਿਮਾਣੀ ਜੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਅਸੀਂ ਉਹਨਾਂ ਦੇ ਜੀਵਨ ਦਾ ਆਖਰੀ ਹਿੱਸਾ, ਜੋ ਕਿ ਉਹਨਾਂ ਦੀਆਂ ਰਚਨਾਵਾਂ ਹਨ, ਕਿ ਉਹਨਾਂ ਨੇ ਗੁਰੂ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਬੀੜ ਦੀ ਜੋ ਲਿਖਾਈ ਕੀਤੀ, ਜਾਂ ਦਸਮਗ੍ਰੰਥ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਤੋਂ ਇਲਾਵਾ ਉਹਨਾਂ ਜੋ ਬਾਕੀ ਰਚਨਾਵਾਂ ਉਹਨਾਂ ਨੂੰ ਇਕੱਠੇ ਕੀਤਾ, ਉਸ ਸੰਬੰਧੀ ਅੱਜ ਅਸੀਂ ਵਿਚਾਰ ਕਰਾਂਗੇ। ਇਸ ਸੰਬੰਧੀ ਜੋ ਦਾਸ ਨੇ ਰੈਫਰੈਂਸ ਲਏ ਹਨ, ਜਿਹੜੀਆਂ ਵੀ ਲਿਖਤਾਂ ਦੀ ਖੋਜ ਕੀਤੀ, ਉਹਦੇ ਵਿੱਚ ਡਾਕਟਰ ਰਤਨ ਸਿੰਘ ਜੱਗੀ ਜੀ ਦੀ ਜੋ ਰਚਨਾ ਹੈ ਭਾਈ ਮਨੀ ਸਿੰਘ ਜੀਵਨ ਅਤੇ ਰਚਨਾ, ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ ਸੇਵਾ ਸਿੰਘ ਕਵੀ ਸੇਵਾ ਸਿੰਘ ਜੀ ਦੀ ਜੋ ਰਚਨਾ ਹੈ, ਉਸ ਦੀ ਸਹਾਇਤਾ, ਅਤੇ ਇਸ ਤੋਂ ਇਲਾਵਾ ਥੋੜ੍ਹੇ ਜਿਹੇ ਹੋਰ ਰੈਫਰੈਂਸ ਲਏ ਹਨ। ਭਾਈ ਸਾਹਿਬ ਜੀ ਦੇ ਨਾਮ 'ਤੇ ਜੋ ਜ਼ਿਆਦਾ ਪ੍ਰਚਲਿਤ ਰਚਨਾਵਾਂ ਹਨ, ਜਿਸ ਨੂੰ ਕਵੀ ਸੇਵਾ ਸਿੰਘ ਜੀ ਨੇ ਜੋ ਖੋਜ ਕੀਤੀ ਹੈ, ਉਸ ਮੁਤਾਬਕ ਹੈ ਵੀ ਗਿਆਨ ਰਤਨਾਵਲੀ, ਜੋ ਕਿ ਜਨਮ ਸਾਖੀ ਦਾ, ਭਗਤ ਰਤਨਾਵਲੀ, ਜਿਹਨੂੰ ਕਿ ਬੜੀ ਮਸ਼ਹੂਰ ਨਾਮ ਹੈ, ਸਿੱਖਾਂ ਦੀ ਭਗਤਮਾਲਾ, ਗੁਰਬਿਲਾਸ ਪਾਤਸ਼ਾਹੀ 6ਵੀਂ ਉਥਾਨਕਾਵਾਂ, ਬੀੜਾਂ ਅਤੇ ਇੱਕ ਚਿੱਠੀ, ਜੋ ਇੱਕ ਬਹੁਤ ਮਹਾਨ ਕਾਰਜ ਜੋ ਮੰਨਿਆ ਗਿਆ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ। ਉਹਦੇ ਵਿੱਚ ਇੱਕ ਬਹੁਤ ਵੱਡਾ ਕੰਮ ਜੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ, ਸਤਿਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਕਰਵਾਇਆ, ਜੋ ਉਹਨਾਂ ਤੋਂ ਬੀੜ ਲਿਖਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਕਿਉਂਕਿ ਜਦੋਂ ਸਤਿਗੁਰੂ ਜੀ ਨੇ ਗੁਰਗੱਦੀ 'ਤੇ ਬਿਰਾਜੇ, ਤਾਂ ਉਸ ਤੋਂ ਬਾਅਦ ਵਾਲੇ ਸਮੇਂ ਵਿੱਚ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨਵੇਂ ਉਤਾਰੇ ਕਰਾਉਣ 'ਤੇ ਤਵੱਜੋ ਦਿੱਤੀ, ਪਰੰਤੂ ਜਦੋਂ ਧੀਰ ਮੱਲੀਆਂ ਨੇ ਇਸ ਚੀਜ਼ ਦਾ ਇਨਕਾਰ ਕਰ ਦਿੱਤਾ, ਤਾਂ ਇਸੇ ਅੜਿੱਕੇ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਸੰਮਤ 1735, ਜੋ ਕਿ ਬਾਅਦ ਵਿੱਚ 1688 ਦੇ ਲਾਗੇ ਤਾਗੇ ਦਾ ਸਮਾਂ ਜੋ ਬਣਦਾ ਹੈ, 1745, ਜੋ ਕਿ 1688 ਤੋਂ ਬਾਅਦ ਦਾ ਸਮਾਂ ਬਣਦਾ ਆ। ਉਸ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 9ਵੇਂ ਸਤਿਗੁਰ ਦੀ ਬਾਣੀ ਵੀ ਦਰਜ ਕਰਵਾਈ, ਅਤੇ ਇਹ ਵੀ ਇੱਕ ਲਿਖਿਆ ਹੈ ਕਵੀ ਸੇਵਾ ਸਿੰਘ ਜੀ ਨੇ ਵੀ, ਗੁਰੂ ਤੇਗ ਬਹਾਦਰ ਜੀ ਦੇ ਸਲੋਕਾਂ ਵਿੱਚ ਜਵਾਬੀ ਦੋਹਰੇ 'ਤੇ ਮਹੱਲਾ 10ਵਾਂ ਲਿਖਿਆ ਹੈ। ਪੁਰਾਣੇ ਜੋ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਆਪ ਜੀ ਦੇਖੋਗੇ, ਉਹਦੇ 'ਚ 9ਵੇਂ ਪਾਤਸ਼ਾਹ ਦੀ ਜੋ ਬਾਣੀ ਹੈ, ਉਹਦੇ ਵਿੱਚ ਸਲੋਕਾਂ ਵਿੱਚ ਅਖੀਰ ਵਿੱਚ ਇੱਕ ਸਲੋਕ 'ਤੇ ਮਹੱਲਾ 10ਵਾਂ ਵੀ ਲਿਖਿਆ ਹੋਇਆ ਹੈ। ਅਤੇ ਇਹਨਾਂ ਸਾਰਿਆਂ ਉਤਾਰਿਆਂ 'ਤੇ ਉਹਨਾਂ ਨੇ ਪ੍ਰਵਾਨਗੀ ਵਜੋਂ ਮਹਾਰਾਜ ਜੀ ਨੇ ਆਪਣੀ ਸਹੀ ਪਾਈ ਹੋਈ ਹੈ। ਉਸ ਤੋਂ ਬਾਅਦ ਜੋ ਦੂਜਾ ਮਹਾਨ ਕਾਰਜ ਹੈ, ਉਹ ਹੈ ਦਮਦਮੀ ਬੀੜ ਦਾ ਸੰਪਾਦਨ। ਜਦੋਂ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਆ ਕੇ ਪੂਰਨ ਬਾਣੀ ਉਚਾਰਨ ਕੀਤੀ ਹੈ, ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ, ਤਾਂ ਉਹ ਜੋ ਬੀੜ ਦੀ ਸੰਪਾਦਨਾ ਕੀਤੀ ਗਈ, ਉਹ ਸ਼੍ਰੀਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੱਲੋਂ ਹੀ ਕੀਤੀ ਗਈ ਹੈ, ਅਤੇ ਇਹਨਾਂ ਨਾਲ ਬਾਬਾ ਦੀਪ ਸਿੰਘ ਜੀ ਨੇ ਜੋ ਇਹਨਾਂ ਦੀ ਸਹਾਇਤਾ ਕੀਤੀ ਗਈ ਇਸ ਮਹਾਨ ਕਾਰਜ ਨੂੰ ਪੂਰਾ ਕਰਨ ਵਾਸਤੇ। ਜੋ ਇਹ ਦਮਦਮੀ ਬੀੜ ਹੈ, ਇਸ ਦੇ ਕਈ ਉਤਾਰੇ ਵੀ, ਯਾਨੀ ਕਈ ਨਕਲਾਂ ਵੀ ਤਿਆਰ ਹੋਈਆਂ ਸਨ, ਤਾਂ ਕਿ ਅਲੱਗ-ਅਲੱਗ ਥਾਵਾਂ 'ਤੇ ਭੇਜੀਆਂ ਜਾਣ। ਪਰੰਤੂ ਡਾਕਟਰ ਰਤਨ ਸਿੰਘ ਜੱਗੀ ਨੇ ਕਿਹਾ ਹੈ ਕਿ ਜੋ ਮੂਲ ਬੀੜ, ਜੋ ਅਸਲੀ ਬੀੜ ਸੀ, ਇਹ ਜੋ ਮਹਾਰਾਜ ਜੀ ਦਾ ਅਸਲੀ ਸਰੂਪ ਸੀ, ਇਹ 1818 ਬਿਕਰਮੀ, ਜੋ ਕਿ ਤਕਰੀਬਨ ਪਹਿਲਾ ਜੋ ਵੱਡਾ ਘੱਲੂਘਾਰਾ ਹੈ, ਜੋ ਕੁੱਪਰਹੀੜੇ ਦੇ ਸਥਾਨ ਵਿਖੇ ਹੋਇਆ ਸੀ, ਉੱਥੇ ਨਸ਼ਟ ਹੋ ਗਈ ਸੀ, ਇਹ ਡਾਕਟਰ ਰਤਨ ਸਿੰਘ ਜੱਗੀ ਕਹਿੰਦੇ ਨੇ। ਪਰੰਤੂ ਉਸ ਤੋਂ ਪਹਿਲਾਂ ਇਹਨਾਂ ਦੇ ਸਾਰੇ ਉਤਾਰੇ ਬਹੁਤ ਵੱਡੀ ਮਾਤਰਾ ਵਿੱਚ ਕਰ ਲਏ ਗਏ ਸਨ। ਇਸ ਤੋਂ ਬਾਅਦ ਜੇ ਕੋਈ ਬਹੁਤ ਮਹਾਨ ਕੰਮ ਜੋ ਸ਼੍ਰੀਮਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸਿਆਇਆ ਹੈ, ਉਹ ਹੈ ਕਿ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਦਸਮ ਗ੍ਰੰਥ ਜੀ ਦੀ ਬਾਣੀ ਨੂੰ ਇਕੱਠੇ ਹੀ ਇੱਕ ਵੱਡੀ ਬੀੜ ਦੇ ਵਿੱਚ ਇਕੱਤਰ ਕੀਤਾ, ਅਤੇ ਇਹਦੇ ਵਿੱਚ ਜੋ ਪਹਿਲਾ ਰਾਗ ਕ੍ਰਮ ਸੀ ਉਹਦੇ ਅਨੁਸਾਰ ਨਹੀਂ ਕੀਤਾ, ਜੋ ਕਿ ਰਾਗਾਂ ਦੇ ਅਨੁਸਾਰ ਸੀ ਸਵਾਰੀ ਬਾਣੀ,
ਉਹਨਾਂ ਨੇ ਇਸ ਦੇ ਵਿੱਚ ਰਚੇਤਾ ਵੀ ਜਿਹੜੇ ਵੀ ਲਿਖਣਹਾਰ ਨੇ ਬਾਣੀ ਉਚਾਰੀ ਹੈ, ਰਚਨ ਵਾਲੇ ਨੇ ਬਾਣੀ ਉਚਾਰੀ ਹੈ, ਉਸ ਅਨੁਸਾਰ ਇਹ ਸਾਰੀ ਬਾਣੀ ਉਹਨਾਂ ਨੇ ਇਕੱਠੀ ਕੀਤੀ। ਜਿਵੇਂ ਕਿ ਇਸ ਵਿੱਚ ਜੋ ਬਾਣੀ ਦਾ ਕ੍ਰਮ ਹੈ, ਜੋ ਡਾਕਟਰ ਰਤਨ ਸਿੰਘ ਜੱਗੀ ਨੇ ਕਿਹਾ ਕਿ ਜੋ ਇਹ ਬੀੜ ਸੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਦਸਮ ਗ੍ਰੰਥ ਜੀ ਦੀ ਬਾਣੀ ਇਕੱਤਰ ਕੀਤੀ ਗਈ ਹੈ, ਇਹਦੇ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਫਿਰ ਜੋ ਦਸਮ ਬਾਣੀ ਹੈ ਉਹ ਸਾਰੀ ਇਸ ਵਿੱਚ, ਜਿਸ ਵਿੱਚ ਕਿ 75 ਨਾਟਕ, ਚੰਡੀ ਚਰਿੱਤਰ 1, ਚੰਡੀ ਚਰਿੱਤਰ 2, 24 ਅਵਤਾਰ, ਬ੍ਰਹਮਾ ਅਵਤਾਰ, ਰੁਦਰਾ ਅਵਤਾਰ, ਸ਼ਸਤਰਨਾਮ ਮਾਲਾ, ਗਿਆਨ ਪ੍ਰਬੋਧ, ਅਕਾਲ ਉਸਤਤ ਵਾਰ, ਦੁਰਗਾ ਕੀ, ਤਤਕਰਾ, ਚਰਿੱਤਰੋ ਪਖਿਆਣ। ਉਸ ਤੋਂ ਬਾਅਦ ਕਿਉਂਕਿ ਹੁਣ ਇਹ 10 ਗੁਰੂ ਸਾਹਿਬਾਨ ਪੂਰੇ ਹੋ ਗਏ, ਜੋ 10 ਗੁਰੂ ਸਾਹਿਬਾਨਾਂ ਤੋਂ ਬਾਅਦ ਫਿਰ ਭਗਤ ਕਬੀਰ ਜੀ ਦੀ ਨਾਮ, ਭਗਤ ਨਾਮਦੇਵ ਜੀ ਦੀ, ਭਗਤ ਰਵਿਦਾਸ ਜੀ ਦੀ, ਭਗਤ ਰਾਮਾਨੰਦ ਜੀ ਦੀ, ਭਗਤ ਜੈਦੇਵ ਜੀ ਦੀ, ਇਸੇ ਪ੍ਰਕਾਰ ਕਰਦੇ ਕਰਦੇ ਉਸ ਤੋਂ ਬਾਅਦ ਸ਼ੇਖ ਫਰੀਦ ਜੀ ਤੋਂ ਬਾਅਦ ਰਾਏ ਬਲਵੰਡ ਦੀ ਵਾਰ, ਸੱਧ ਅਤੇ ਸਵਈਆ, ਫਿਰ ਸਾਰੀ ਕਰਦੇ ਹੋਏ ਰਾਗਮਾਲਾ, ਸਿਆਹੀ ਕੀ ਵਿਧੀ, ਅਤੇ ਅਖੀਰ ਵਿੱਚ ਇਹ ਹੈ ਕਿ ਜ਼ਫਰਨਾਮਾ ਹੈ। ਇਸ ਬੀੜ ਦੀ ਜੋ ਸਮਾਪਤੀ ਵਾਲੇ ਬੀੜ ਵੱਧਦੀ ਹੈ। ਇੱਥੋਂ ਇੱਕ ਹੋਰ ਗੱਲ ਬਹੁਤ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ, ਜਿਵੇਂ ਕਿ ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਸਾਡਾ ਮੁੱਖ ਕਾਰਨ ਜੋ ਇਸ ਸੀਰੀਜ਼ ਨੂੰ ਸ਼ੁਰੂ ਕਰਨ ਦਾ, ਜਾਂ ਹੋਰ ਵੀ ਅਸੀਂ ਜੋ ਸੀਰੀਜ਼ ਸ਼ੁਰੂ ਕਰਦੇ ਹਾਂ, ਉਹ ਹੈ ਗੁਰੂ ਮਹਾਰਾਜ ਦੇ ਸਿਧਾਂਤ ਨੂੰ ਸਪਸ਼ਟ ਰੂਪ ਵਿੱਚ ਰੂਪਮਾਨ ਕਰਨਾ। ਹੁਣ ਅਸੀਂ ਕੀ ਦੇਖਦੇ ਹਾਂ ਕਿ ਭਾਈ ਮਨੀ ਸਿੰਘ ਜੀ ਨੇ ਦੇਖੋ ਦਸਮ ਜੀ ਦੀ ਬਾਣੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਇਕੱਠੇ ਕੀਤਾ। ਇਹਦਾ ਮਤਲਬ ਇੱਕ ਸਪਸ਼ਟ ਰੂਪ 'ਚ ਸੁਨੇਹਾ ਹੈ ਕਿ ਦਸਮ ਗ੍ਰੰਥ ਜੀ ਦੀ ਬਾਣੀ ਵੀ ਬਹੁਤ ਜ਼ਿਆਦਾ ਮਹਾਨ ਹੈ ਅਤੇ ਗੁਰੂ ਮਹਾਰਾਜ ਦੇ ਬਰਾਬਰ ਹੈ। ਅੱਜ ਜਦੋਂ ਅਸੀਂ ਇਸ ਗੱਲ ਦਾ ਬਹੁਤ ਵੱਡੇ ਪੱਧਰ ਦੇ ਉੱਪਰ ਇੱਕ ਝਗੜਾ ਆਮ ਸਿੱਖਾਂ ਵਿੱਚ ਵੀ ਪਾਇਆ ਜਾਂਦਾ ਹੈ ਕਿ ਇਹ ਦਸਮ ਜੀ ਦੀ ਬਾਣੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਹੀਂ ਹੈ, ਉਸ ਲਈ ਇਹ ਇੱਕ ਚੀਜ਼ ਬਹੁਤ ਵੱਡੀ ਇੱਕ ਸਾਡੇ ਵਾਸਤੇ ਇਤਿਹਾਸਿਕ ਸਬੂਤ ਹੈ ਕਿ ਇਹ ਬਾਣੀ ਮਹਾਰਾਜ ਜੀ ਦੇ ਸਮੇਂ ਤੋਂ ਮਹਾਰਾਜ ਦੀ ਬਾਣੀ ਹੈ ਅਤੇ ਮਹਾਰਾਜ ਦੇ ਸਿੱਖਾਂ ਨੇ ਇਸ ਨੂੰ ਇੱਕ ਥਾਂ 'ਤੇ ਸਾਂਭ ਕੇ ਰੱਖਿਆ ਹੋਇਆ ਹੈ ਅਤੇ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਸ਼ੰਕਾ ਨਹੀਂ ਹੈ ਕਿ ਜੋ ਇਹ ਬਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੈ, ਕਿਉਂਕਿ ਸ਼੍ਰੀਮਾਨ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਿਲਕੁਲ ਨਾਲ ਸਾਰੀ ਉਮਰ ਰਹੇ ਨੇ ਔਰ ਉਹਨਾਂ ਨੂੰ ਪੂਰਾ ਪਤਾ ਹੈ ਕਿ ਕਿਹੜੀ ਬਾਣੀ ਉਹਨਾਂ ਦੀ ਹੈ ਕਿਹੜੀ ਨਹੀਂ। ਸੋ ਉਹਨਾਂ ਨੇ ਤੇ ਚੰਡੀ ਚਰਿੱਤਰ 1, ਚੰਡੀ ਚਰਿੱਤਰ 2, ਗਿਆਨ ਪ੍ਰਬੋਧ, ਜ਼ਫਰਨਾਮਾ, ਦੁਰਗਾ ਕੀ ਵਾਰ, ਇਹ ਸਭ ਬਾਣੀਆਂ ਇਕੱਤਰ ਕਰਕੇ ਇੱਕ ਬੀੜ ਦੇ ਵਿੱਚ ਸੰਕਲਿਤ ਕੀਤੀਆਂ ਹਨ। ਜੋ ਇਹ ਬੀੜ ਹੈ ਆਦਿ ਅਤੇ ਦਸਮ ਗ੍ਰੰਥ ਵਾਲੀ ਇਕੱਠੀ, ਇਸ ਸੰਬੰਧੀ ਡਾਕਟਰ ਰਤਨ ਸਿੰਘ ਜੀ ਜੱਗੀ ਨੇ ਇੱਕ ਬਹੁਤ ਸੋਹਣਾ ਇੱਕ ਦੱਸਿਆ ਹੈ ਅਤੇ ਕਵੀ ਸੇਵਾ ਸਿੰਘ ਜੀ ਨੇ ਵੀ ਇਸ ਗੱਲ ਬਾਰੇ ਦੱਸਿਆ ਹੈ। ਉਹ ਕਹਿੰਦੇ ਕਿ ਇਹ ਹੁਣ ਜੋ ਬੀੜ ਹੈ ਇਸ ਵਕਤ ਜੋ ਸਮੇਂ ਉਹਨਾਂ ਨੇ ਕਿਤਾਬ ਬਣਾਈ ਲਿਖੀ ਹੈ 1950, 1960, 1970s ਵਿੱਚ, ਉਹ ਹੈ ਕਿ ਇਹ ਹੁਣ ਰਾਜਾ ਗੁਲਾਬ ਸਿੰਘ ਸੇਠੀ ਦੇ ਪਰਿਵਾਰ ਹੈ। ਉਹਨਾਂ ਨੇ ਪ੍ਰੋਪਰ ਐਡਰੈਸ ਵੀ ਦਿੱਤਾ ਹੈ 47 ਹਨੂੰਮਾਨ ਰੋਡ, ਨਵੀਂ ਦਿੱਲੀ, 47 ਹਨੂੰਮਾਨ ਰੋਡ। ਉਹ ਕਹਿੰਦੇ ਕਿ ਅਸੀਂ ਰਾਜਾ ਗੁਲਾਬ ਸਿੰਘ ਸੇਠੀ ਨੂੰ ਪੁੱਛਿਆ ਹੈ ਕਿ ਇਹ ਬੀੜ ਉਹਨਾਂ ਨੂੰ ਕਿਵੇਂ ਮਿਲੀ, ਤਾਂ ਉਹਨਾਂ ਨੇ ਕਿਹਾ ਕਿ ਇਹ ਬੀੜ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੁਲਤਾਨ ਜਿੱਤ ਹੋਈ ਹੈ 1818 ਈਸਵੀ ਵਿੱਚ, ਤਾਂ ਕਿਸੇ ਸਿੱਖ ਸੈਨਿਕ ਨੂੰ ਮਿਲੀ। ਉੱਥੋਂ ਮਹਾਰਾਜ ਨੇ ਇਹ ਸੈਨਿਕ ਨੂੰ ਹੈਦਰਾਬਾਦ ਦੱਖਣ ਭੇਜਿਆ ਸੀ, ਆਪਣੀ ਇੱਕ ਸੈਨਿਕ ਟੁਕੜੀ ਹੈਦਰਾਬਾਦ ਦੇ ਨਿਜ਼ਾਮ ਦੀ ਸਹਾਇਤਾ ਵਾਸਤੇ। ਉਹ ਸੈਨਿਕ ਆਪਣੇ ਨਾਲ ਹੀ ਇਸੇ ਬੀੜ ਨੂੰ ਲੈਂਦਾ ਗਿਆ, ਉਸੇ ਬੀੜ ਦੀ ਸੰਭਾਲ ਉਹਦੀ ਸੰਤਾਨ ਨੇ ਕੀਤੀ ਅਤੇ ਉਹ ਸੰਤਾਨ ਬਾਅਦ ਵਿੱਚ ਹਜ਼ੂਰ ਸਾਹਿਬ ਵਿੱਚ ਵਸ ਗਈ ਅਤੇ ਹਜ਼ੂਰ ਸਾਹਿਬ ਵਿੱਚ ਇਹ ਭਾਈ ਗਗਨ ਸਿੰਘ ਜੀ ਜੋ ਗ੍ਰੰਥੀ ਸਨ ਤਖਤ ਸ੍ਰੀ ਹਜ਼ੂਰ ਸਾਹਿਬ ਉਹਨਾਂ ਪਾਸ ਰਹੀ ਅਤੇ ਉਹਨਾਂ ਤੋਂ ਬਾਅਦ ਇਹ ਰਾਜਾ ਗੁਲਾਬ ਸਿੰਘ ਸੇਠੀ ਜੋ ਕਿ ਹੁਣ ਦਿੱਲੀ 'ਚ ਨੇ ਉਹ ਆਪਣੇ ਕੋਲ ਲੈ ਕੇ ਆ ਗਏ ਸਨ। ਸੋ ਇਸ ਬੀੜ ਦੀ ਇਹ ਬਹੁਤ ਵੱਡੀ ਪ੍ਰਮਾਣਿਕਤਾ ਹੈ ਅਤੇ ਇੱਕ ਬਹੁਤ ਵੱਡਾ ਸਬੂਤ ਹੈ ਕਿ ਦਸਮ ਜੀ ਦੀ ਬਾਣੀ ਹੈ ਉਹ ਸਪਸ਼ਟ ਰੂਪ ਵਿੱਚ ਕੇਵਲ ਅਤੇ ਕੇਵਲ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੀ ਬਾਣੀ ਹੈ। ਇਹਨਾਂ ਰਚਨਾਵਾਂ ਤੋਂ ਇਲਾਵਾ ਉਹਨਾਂ ਨੇ ਜਨਮ ਸਾਖੀਆਂ ਦੀ ਰਚਨਾ ਵੀ ਕੀਤੀ ਔਰ ਇਸ ਤੋਂ ਇਲਾਵਾ ਇੱਕ ਜਿਹੜੀ ਬਹੁਤ ਵੱਡੀ ਉਹਨਾਂ ਦੀ ਇੱਕ ਹੋਰ ਦੇਣ ਹੈ ਉਹ ਭਗਤ ਰਤਨਾਵਲੀ, ਜਿਸ ਨੂੰ ਕਿ ਸਿੱਖਾਂ ਦੀ ਭਗਤਮਾਲਾ ਕਿਹਾ ਜਾਂਦਾ ਹੈ। ਇਹ ਬਹੁਤ ਇੱਕ ਮਸ਼ਹੂਰ ਇੱਕ ਸਾਡੇ ਕੋਲ ਇੱਕ ਰੈਫਰੈਂਸ ਹੈ ਔਰ ਉਸ ਸਮਾਂ ਦੇ ਸਿੱਖਾਂ ਦੇ ਬਾਰੇ ਵਿੱਚ ਸਾਨੂੰ ਬਹੁਤ ਕੁਝ ਦੱਸਦਾ ਹੈ।
ਇਸ ਦਾ ਸੰਸਕਰਣ ਔਰ ਇਸ ਨੂੰ ਬਹੁਤ ਮਹਾਨ ਸਿੱਖ ਇਤਿਹਾਸਕਾਰ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਡਾਕਟਰ ਗੋਬਿੰਦ ਸਿੰਘ ਲਾਮਾ ਅਤੇ ਪ੍ਰੋਫੈਸਰ ਧਰਮਚੰਦ ਬਾਤਿਸ਼, ਜਿਹਨੂੰ ਡਾਕਟਰ ਰਤਨ ਸਿੰਘ ਜੱਗੀ ਕਹਿੰਦੇ ਨੇ, ਕਿ ਇਹਨਾਂ ਨੇ ਸੰਸਕਰਣ ਇਹਨਾਂ ਵੱਲੋਂ ਸੰਪਾਦਿਤ ਵੀ ਕੀਤੇ ਹਨ ਅਤੇ ਇਹ ਸਾਡੇ ਕੋਲ ਇਸ ਵਕਤ ਉਪਲਬਧ ਹਨ। ਜਦੋਂ ਅਸੀਂ ਸਿੱਖਾਂ ਦੀ ਭਗਤਮਾਲਾ ਪੜ੍ਹਦੇ ਹਾਂ ਤਾਂ ਸ਼ੁਰੂ 'ਚ ਇੱਕ ਬੜੀ ਸੋਹਣੀ ਗੱਲ ਲਿਖੀ, ਮੈਂ ਆਪ ਜੀ ਨਾਲ ਉਹ ਸਾਂਝੀ ਜ਼ਰੂਰ ਕਰਾਂਗਾ। ਇਹਦੇ ਸ਼ੁਰੂ ਲਿਖਿਆ ਹੈ ਵੀ ਇੱਕ ਸਮੇਂ ਭਾਈ ਮਣੀ ਸਿੰਘ ਜੀ ਥੀ ਸਿੱਖਾਂ ਅਰਦਾਸ ਕੀਤੀ, ਜੋ ਭਾਈ ਗੁਰਦਾਸ ਜੀ ਨੇ ਸਿੱਖਾਂ ਦੇ ਪ੍ਰਥਾਏ ਵਾਰ ਕੀਤੀ ਅਤੇ ਸਭ ਦੇਸ਼ਾਂ ਦੇ ਸਿੱਖਾਂ ਦੇ ਨਾਮ ਲਿਖੇ ਹਨ। ਉਹਨਾਂ ਦੀ ਰਹਿਤ ਤੇ ਕਰਤੂਤਾਂ ਸਾਨੂੰ ਮਾਲੂਮ ਕਰਵਾਓ, ਜੋ ਅਸੀਂ ਵੀ ਜਾਣੇ ਸਿੱਖਾਂ ਦੀ ਐਸੀ ਵਰਤਣਾ ਹੋਈਆਂ ਹਨ, ਸਾਨੂੰ ਵੀ ਰੀਸ ਆਵੇ। ਤਾਂ ਭਾਈ ਮਣੀ ਸਿੰਘ ਜੀ ਹੋਰਾਂ ਵਚਨ ਕੀਤਾ, ਜੋ ਤੁਸਾਂ ਭਲਾ ਪਰਉਪਕਾਰ ਦਾ ਵਚਨ ਕੀਤਾ ਹੈ, ਅਸਾਂ ਵੀ ਇੱਕ ਸਮੇਂ ਸਾਹਿਬ ਕਰਨ ਕਾਰਨ ਗਰੀਬ ਨਿਵਾਜ ਪਾਤਸ਼ਾਹੀ 10ਵੇਂ ਥੀ ਅਰਦਾਸ ਕਰਕੇ ਪੁੱਛਿਆ ਸੀ, ਜੋ ਕੁਝ ਸਾਹਿਬਾ ਕਿਰਪਾ ਕਰਕੇ ਵਚਨ ਕੀਤਾ ਸੀ, ਸੋ ਅਸਾਂ ਤੁਹਾਨੂੰ ਕਹਿੰਦੇ ਹਾਂ, ਤੁਸਾਂ ਰਿਦਾ ਦੇ ਕੇ ਸੁਣਨਾ ਅਤੇ ਐਸੇ ਹੀ ਵਰਤਨ ਰੱਖਣੀ, ਤੁਸਨੂੰ ਸਿੱਖੀ ਪ੍ਰਾਪਤ ਹੋਵੇਗੀ। ਸਾਹਿਬ ਬਚਨ ਕੀਤਾ, ਜਿਹਾ ਭਾਈ ਦੀ ਸਾਰੀ ਬਾਣੀ ਸੁਣੇ ਦਾ ਫਲ ਹੋਵੇਗਾ, ਤੇ ਇਸ ਗੋਸ਼ਟ ਸੁਣਨ ਵਾਲੇ ਨੂੰ ਫਲ ਹੋਵੇਗਾ। ਜੋ ਜਿਵੇਂ ਮੈਂ ਸਾਹਿਬਾਂ ਦੀ ਖਾਸ ਰਚਨਾ ਦੀ ਸੁਣਿਆ ਤਾਂ ਸਾਨੂੰ ਬਖਿਆਨ ਕਰਦਾ ਹਾਂ। ਇਸ ਤੋਂ ਸਿੱਧ ਹੁੰਦਾ ਹੈ ਕਿ ਇਸ ਵਿੱਚ ਜੋ ਸਿੱਖਾਂ ਨੇ ਭਾਈ ਮਣੀ ਸਿੰਘ ਜੀ ਨੂੰ ਪੁੱਛਿਆ ਕਿ ਸਾਨੂੰ ਜੋ ਭਾਈ ਗੁਰਦਾਸ ਜੀ ਦੀਆਂ ਜੋ ਅਸੀਂ ਵਾਰਾਂ ਪੜ੍ਹਦੇ ਨੇ, ਉਹਨਾਂ ਦੇ ਸਿੱਖਾਂ ਦਾ ਜ਼ਿਕਰ ਆਇਆ ਹੈ, ਸਾਨੂੰ ਉਹਨਾਂ ਬਾਰੇ ਦੱਸੋ, ਤਾਂ ਕਿ ਉਹਨਾਂ ਨੂੰ ਸੁਣ ਕੇ ਸਾਡੇ ਵਿੱਚ ਕੁਝ ਉਤਸ਼ਾਹ ਜਾਪੇ ਅਤੇ ਉਸ ਅਧੀਨ ਅਸੀਂ ਵੀ ਹੋਰ ਤਰ੍ਹਾਂ ਸਿੱਖੀ ਨੂੰ ਕਮਾ ਸਕੀਏ। ਫਿਰ ਭਾਈ ਸਾਹਿਬ ਨੇ ਦੱਸਿਆ ਵੀ ਉਹਨਾਂ ਨੇ ਵੀ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਸ ਸੰਬੰਧੀ ਅਰਦਾਸ ਕੀਤੀ ਸੀ। ਸਿੱਖਾਂ ਦੀ ਭਗਤਮਾਲਾ ਇੱਕ ਐਡਾ ਵਧੀਆ ਰੈਫਰੈਂਸ ਹੈ ਸਾਡੇ ਕੋਲ, ਜਿਸ ਨਾਲ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ। ਜਿਵੇਂ ਮੈਂ ਇੱਕ ਆਪ ਜੀ ਨੂੰ ਉਦਾਹਰਨ ਦਿੰਦਾ, ਇੱਕ ਭਾਈ ਗੁਰਦਾਸ ਜੀ ਦੀ ਵਾਰ ਹੈ ਅਤੇ ਉਹਦੀ ਵਿਆਖਿਆ ਇਹਨਾਂ ਨੇ ਕੀਤੀ ਹੈ ਦੀ 16ਵੀਂ ਪੌੜੀ ਦੀ ਪ੍ਰਸੰਗ ਵਿਆਸਾ ਭਗਤ ਰਤਨਾਵਲੀ ਸਿੱਖਾਂ ਦੀ ਭਗਤਮਾਲਾ 'ਚ। ਉਹ ਕਹਿੰਦੇ, ਤਾਂ ਉਹਨਾਂ ਨੂੰ ਬਚਨ ਹੋਇਆ, ਸਿੱਖਾਂ ਨਾਲ ਭਗਤੀ ਕਰਨੀ ਅਤੇ ਪ੍ਰਸਾਦ ਵਰਤਾ ਕੇ ਛਕਣਾ। ਜਿਸ ਵੇਲੇ ਸਿੱਖ ਕੋਈ ਆਵੇ, ਉਸੇ ਵੇਲੇ ਪ੍ਰਸਾਦ ਦੀ ਸੇਵਾ ਕਰਨੀ ਅਤੇ ਵਾਹਿਗੁਰੂ ਦੇ ਨਾਮ ਨਾਲ ਪਿਆਰ ਕਰਨਾ ਅਤੇ ਗੁਰੂ ਦੇ ਸ਼ਬਦ ਨੂੰ ਮੰਨਣਾ, ਮੱਟ ਮੜੀ ਕਬਰ ਟੋਬਰੀ ਨੂੰ ਨਹੀਂ ਸੇਵਣਾ। ਇਹ ਜੋ ਇਤਿਹਾਸਿਕ ਰੈਫਰੈਂਸ ਨਾ ਸਾਡੇ ਕੋਲ ਸਾਧ ਸੰਗਤ ਜੀ, ਇਹਦੇ ਨਾਲ ਸਾਨੂੰ ਬਹੁਤ ਕੁਝ ਖੁੱਲ੍ਹ ਕੇ ਪਤਾ ਲੱਗਦਾ ਹੈ ਕਿ ਜੋ ਮਹਾਰਾਜ ਜੀ ਨੇ ਕਿਹਾ ਸਿੱਖਾਂ ਨੇ ਕਿਵੇਂ ਅਪਣਾਇਆ ਅਤੇ ਅਸੀਂ ਕਿਵੇਂ ਅਪਣਾਉਣਾ ਆ। ਇਹ ਸਾਨੂੰ ਇੱਕ ਬੜੀ ਧਿਆਨ ਦੇਣ ਯੋਗ ਗੱਲ ਹੈ। ਇਹ ਅਜਿਹੇ ਇਤਿਹਾਸਿਕ ਗ੍ਰੰਥ ਨੇ ਜਿਹੜੇ ਮੈਨੂੰ ਲੱਗਦਾ ਕਿ ਹਰ ਸਿੱਖ ਨੂੰ ਇੱਕ ਵਾਰੀ ਤਾਂ ਜ਼ਰੂਰ ਪੜ੍ਹਨੇ ਚਾਹੀਦੇ ਨੇ, ਕਿਉਂਕਿ ਇਹਦੇ ਵਿੱਚ ਸਿੱਖੀ ਬਾਰੇ ਬਹੁਤ ਖੁੱਲ੍ਹ ਕੇ ਲਿਖਿਆ ਹੁੰਦਾ ਆ ਅਤੇ ਸਿੱਖੀ ਦਾ ਇੱਕ ਸਿਧਾਂਤ ਬੜਾ ਸਪਸ਼ਟ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਹੁੰਦਾ ਆ ਕਿ ਅਸੀਂ ਸਿੱਖੀ ਕਿਵੇਂ ਕਮਾਉਣੀ ਹੈ। ਅਤੇ ਇਹਦੀ ਜੋ ਮੰਨਿਆ ਜਾਂਦਾ ਕਿ ਇਹਦਾ ਉਚਾਰਨ ਹੈ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਇਹ ਤਕਰੀਬਨ 1717 ਤੋਂ ਲੈ ਕੇ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਉਦੋਂ ਤੱਕ ਉਹਨਾਂ ਨੇ ਇਸ ਨੂੰ ਇਕੱਠੇ ਕਰਕੇ ਰੱਖਿਆ ਅਤੇ ਉਸ ਤੋਂ ਬਾਅਦ ਸਿੱਖਾਂ ਨੇ ਇਸ ਦਾ ਸੰਪਾਦਨ ਕੀਤਾ ਹੈ। ਇਸ ਤੋਂ ਇਲਾਵਾ ਗੁਰਬਿਲਾਸ ਪਾਤਸ਼ਾਹੀ 6ਵੀਂ ਨੂੰ ਵੀ ਭਾਈ ਮਨੀ ਸਿੰਘ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਆ। ਜਿਵੇਂ ਕਹਿੰਦੇ ਉਹਦਾ ਦੋਹਰਾ ਮਣੀ ਸਿੰਘ ਵਰਣਨ ਕਰੀ, ਜੈਸ ਕਥਾ ਸੁਖ ਖਾਨ ਸੋ ਪ੍ਰਸੰਗ ਵਰਣਨ ਕਰੋ, ਸੁਣੋ ਸੰਤ ਤਰ ਧਿਆਨ। ਇਸ ਤੋਂ ਇਲਾਵਾ ਦੋਹਰਾ ਤਿਸ ਸਮੇਂ ਮਣੀ ਸਿੰਘ ਜੀ ਬੈਠ ਆਨੰਦਾ ਪਾਏ, ਭਗਤ ਸਿੰਘ ਸੋਬਤ ਨੇ ਚਰਨ ਕਮਲ ਮਨ ਲਾਏ, ਤਬ ਦੇਵਾਨ ਸੁੰਦਰ ਲੱਗੋ ਮਨੋ ਦੇਵ ਤਨ ਧਾਰ, ਪੌੜੀ ਭਾਈ ਵਾਰ ਕੀ ਰਾਗੀ ਮੁਖੋਂ ਉਚਾਰ। ਇਸ ਲਈ ਇਸ ਰਚਨਾ ਦੇ ਬਾਰੇ ਵਿੱਚ ਭਾਈ ਕਾਹਨ ਸਿੰਘ ਜੀ ਨੇ ਆਪਣੀ ਖੋਜ ਦਾ ਸਿੱਟਾ ਇਸ ਪ੍ਰਕਾਰ ਦਿੱਤਾ ਹੈ। ਕਹਿੰਦੇ, ਗੁਰਬਿਲਾਸ ਦਾ ਕਰਤਾ ਜਿਸ ਦਾ ਨਾਮ ਗੁਪਤ ਲਿਖਦਾ ਹੈ, ਮੇਰੇ ਗੁਰਦੇਵ ਧਰਮ ਸਿੰਘ ਜੀ ਨੇ ਇਹ ਕਥਾ ਦੀਵਾਨ ਵਿੱਚ ਭਾਈ ਮਣੀ ਸਿੰਘ ਜੀ ਦੇ ਮੂੰਹੋਂ ਸੁਣੀ, ਜਿਨ੍ਹਾਂ ਨੇ ਦਇਆ ਕਰਕੇ ਮੈਨੂੰ ਸੁਣਾਈ ਅਤੇ ਮੈਂ ਇਸ ਕਥਾ ਦੀ ਛੰਦ ਰਚਨਾ 1775 ਬਿਕਰਮੀ ਵਿੱਚ ਸੁਣਾਈ। ਇਸ ਲਈ ਇੱਥੋਂ ਇਹ ਵੀ ਸਪਸ਼ਟ ਹੁੰਦਾ ਆ ਕਿ ਭਾਈ ਕਾਹਨ ਸਿੰਘ ਜੀ ਵੀ ਕਹਿੰਦੇ ਨੇ ਕਿ ਇਸ ਗ੍ਰੰਥ ਦੇ ਰਚੈਤਾ ਤਾਂ ਹੋਰ ਨੇ ਪਰ ਇਹਨਾਂ ਨੇ ਜਿਨ੍ਹਾਂ ਤੋਂ ਸੁਣੀ ਹੈ ਉਹ ਅੱਗੋਂ ਭਾਈ ਮਣੀ ਸਿੰਘ ਜੀ ਸਨ। ਇਸੇ ਲਈ ਇਹ ਮੰਨਿਆ ਜਾਂਦਾ ਹੈ ਕਿ ਇਹ ਵੀ ਇੱਕ ਰਚਨਾ ਭਾਈ ਮਣੀ ਸਿੰਘ ਜੀ ਦੀ ਹੀ ਹੈ। ਇਸ ਤੋਂ ਇਲਾਵਾ ਉਹਨਾਂ ਦੀਆਂ ਇੱਕ ਹੋਰ ਰਚਨਾਵਾਂ ਨੇ ਜੋ ਉਥਾਨਕਾਵਾਂ। ਉਥਾਨਕਾ ਕੀ ਹੁੰਦੀ ਹੈ ਕਿ ਇੱਕ ਸ਼ਬਦ ਤੋਂ ਪਹਿਲਾਂ ਦਾ ਜੋ ਪਿਛੋਕੜ ਹੈ। ਅੱਜ ਵੀ ਜਦੋਂ ਅਸੀਂ ਸੰਪਰਦਾਈ ਗਿਆਨੀਆਂ ਨੂੰ ਜਾਂ ਕਥਾਕਾਰਾਂ ਨੂੰ ਅਸੀਂ ਮਿਲਦੇ ਹਾਂ ਤਾਂ ਉਹਨਾਂ ਨੂੰ ਸਰਵਣ ਕਰਦੇ ਹਾਂ ਤਾਂ ਉਹ ਤਕਰੀਬਨ ਹਰ ਸ਼ਬਦ ਤੋਂ ਪਹਿਲਾਂ ਇੱਕ ਉਥਾਨਕਾ ਦੇ ਬਾਰੇ ਗੱਲ ਕਰਦੇ ਨੇ ਕਿ ਇਹ ਸ਼ਬਦ ਕਿੱਥੇ ਉਚਾਰਿਆ ਗਿਆ। ਜਿਵੇਂ ਉੱਜਲ ਕਹਿ ਝਲਕਣਾ ਵਾਲਾ ਸ਼ਬਦ ਹੈ, ਇਹ ਸੱਜਣ ਠੱਗ ਨਾਲ ਸੰਬੰਧਿਤ ਮੰਨਿਆ ਜਾਂਦਾ ਆ। ਅਤੇ ਸੀਨਾ ਬਸੀਨਾ ਜੋ ਸਾਡੇ ਸੰਪਰਦਾਈ ਵਿਦਵਾਨ ਨੇ ਉਹ ਇਸੇ ਹੀ ਵਿਧੀ ਨੂੰ ਮੰਨਦੇ ਨੇ ਅਤੇ ਇਹ ਉਥਾਨਕਾਵਾਂ ਹਨ। ਇਸ ਦੇ ਵਿੱਚ ਇਹ ਵੀ ਭਾਈ ਮਣੀ ਸਿੰਘ ਜੀ ਦੇ ਬਹੁਤ ਸਾਰਾ ਰਚਨਾਵਾਂ ਮੰਨੇ ਜਾਂਦੇ ਕਿ ਉਹਨਾਂ ਨੇ ਬਹੁਤ ਸਾਰੇ ਉਥਾਨਕਾਵਾਂ ਲਿਖੀਆਂ ਹਨ। ਪਰ ਜੋ ਅੱਜ ਕੱਲ੍ਹ ਦੇ ਨਵੀਨ
ਗਿਆਨੀ ਨੇ ਜਾਂ ਜੋ ਕਾਲਜਾਂ ਤੋਂ ਪ੍ਰੋਫੈਸਰ ਰੂਪ ਪੜ੍ਹੇ ਹੋਏ ਨੇ ਉਹ ਬਹੁਤ ਹੱਦ ਤੱਕ ਇਹਨਾਂ ਉਥਾਨਕਾਵਾਂ ਨੂੰ ਰੱਦ ਕਰਦੇ ਹਨ, ਪਰ ਇਹ ਕਿਤੇ ਵੀ ਨਹੀਂ ਮੰਨਿਆ ਜਾ ਸਕਦਾ ਵੀ ਉਹ ਠੀਕ ਨੇ, ਕਿਉਂਕਿ ਇਹ ਉਥਾਨਕਾਵਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮਹਾਰਾਜ ਨੇ ਕਿੱਥੇ ਸ਼ਬਦ ਉਚਾਰਨ ਕੀਤੇ। ਇਸ ਲਈ ਇਹ ਉਥਾਨਕਾਵਾਂ ਦਾ ਇੱਕ ਬਹੁਤ ਵੱਡਾ ਸਾਡੇ ਇਤਿਹਾਸ ਵਿੱਚ ਹਿੱਸਾ ਆ, ਅਤੇ ਇਹਨਾਂ ਨੂੰ ਇਸੇ ਤਰ੍ਹਾਂ ਮੂਲੋਂ ਰੱਦ ਕਰਨਾ ਕਿਤੇ ਨਾ ਕਿਤੇ ਅਸੀਂ ਆਪਣੇ ਇਤਿਹਾਸ ਨੂੰ ਹੀ ਰੱਦ ਕਰਨ ਵਾਲੇ ਪਾਸੇ ਤੁਰਦੇ ਹਾਂ, ਕਿਉਂਕਿ ਇਹ ਉਥਾਨਕਾਵਾਂ ਸਾਨੂੰ ਦੱਸਦੀਆਂ ਨੇ ਮਹਾਰਾਜ ਨੇ ਕਿਸ ਸਥਿਤੀ ਵਿੱਚ ਸ਼ਬਦ ਉਚਾਰਨ ਕੀਤਾ, ਅਤੇ ਸ਼ਬਦ ਨੂੰ ਸਮਝਣ ਵਿੱਚ ਵੀ, ਕਿਉਂਕਿ ਸ਼ਬਦ ਨੂੰ ਜਦੋਂ ਸਮਝਦੇ ਹਾਂ ਤਾਂ ਉਸਦਾ ਇੱਕ ਅਧਿਆਤਮਿਕ ਰੂਪ ਹੁੰਦਾ ਆ, ਇੱਕ ਇਤਿਹਾਸਿਕ ਰੂਪ ਹੁੰਦਾ ਆ, ਇੱਕ ਆਮ ਮਾਨਸਿਕ ਰੂਪ ਹੁੰਦਾ ਆ। ਸੋ ਸਾਨੂੰ ਇਹ ਤਿੰਨੋਂ ਹੀ ਤਰ੍ਹਾਂ ਦੇ ਜੋ ਰੂਪ ਨੇ ਉਹਨਾਂ ਨੂੰ ਵੇਖ ਕੇ ਚੱਲਣਾ ਚਾਹੀਦਾ ਹੈ। ਇਹਨਾਂ ਉਥਾਨਕਾਵਾਂ ਦਾ ਇੱਕ ਨਮੂਨਾ ਜਿਵੇਂ ਮੈਂ ਆਪ ਜੀ ਨੂੰ ਦੱਸਦਾ, ਜੋ ਭਾਸ਼ਾ ਵਿਭਾਗ ਪਟਿਆਲਾ ਖਰੜਾ ਨੰਬਰ 466 ਵਿੱਚ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਉਥਾਨਕਾ ਗੁਰੂ ਗ੍ਰੰਥ ਸਾਹਿਬ ਕੀ ਜੌਨਸਿਆ ਸੰਪਰਦਾਇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਥਨ ਕਰਕੇ मणि सिंह को श्रवण कराई है। अक पहले उथानका जपजी की कहते हैं। इस प्रकार ਅਸੀਂ ਇਹ ਕਹਿ ਸਕਦੇ ਹਾਂ ਕਿ ਭਾਈ ਮਣੀ ਸਿੰਘ ਜੀ ਨੇ ਗਿਆਨ ਰਤਨਾਵਲੀ ਜੋ ਕਿ ਜਨਮ ਸਾਖੀਆਂ, ਭਗਤ ਰਤਨਾਵਲੀ ਜੋ ਕਿ ਸਿੱਖਾਂ ਦੀ ਭਗਤਮਾਲਾ ਆਦਿ ਅਤੇ ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਜੋ ਇਕੱਤਰ ਕੀਤੀ ਹੈ ਉਹ, ਅਤੇ ਇਸ ਤੋਂ ਇਲਾਵਾ ਜੋ ਮਹਾਰਾਜ ਦੀਆਂ ਬੀੜਾਂ ਦੇ ਉਤਾਰੇ ਹਨ ਉਹ ਭਾਈ ਮਣੀ ਸਿੰਘ ਜੀ ਨੇ ਕੀਤੇ ਨੇ। ਉੱਤੇ ਉਥਾਨਕਾਵਾਂ ਇਹ ਭਾਈ ਮਣੀ ਸਿੰਘ ਜੀ ਦੀਆਂ ਰਚਨਾਵਾਂ ਮੰਨੀਆਂ ਗਈਆਂ ਹਨ। ਇਸ ਪ੍ਰਕਾਰ ਭਾਈ ਮਣੀ ਸਿੰਘ ਜੀ ਨੇ ਤਨ ਮਨ ਧਨ ਨਾਲ ਪੂਰੀ ਤਰ੍ਹਾਂ ਨਾਲ ਜੋ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਇਆ ਹੈ, ਜੋ ਸਿੱਖੀ ਹੈ ਉਹਨਾਂ ਨੇ ਅਮਲੀ ਰੂਪ ਵਿੱਚ ਹੀ ਹੈ, ਪ੍ਰੈਕਟੀਕਲ ਸ਼ਸਤਰ ਵੀ ਚਲਾਇਆ ਅਤੇ ਸ਼ਾਸਤਰ ਵੀ, ਦੋਵਾਂ ਹੀ ਚੀਜ਼ਾਂ ਵਿੱਚ ਸੰਪੂਰਨ ਬ੍ਰਹਮ ਗਿਆਨੀ ਸ਼੍ਰੀਮਾਨ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਜੀਵਨ ਹੈ। ਅਸੀਂ ਕੋਸ਼ਿਸ਼ ਕੀਤੀ ਕੁੱਜੇ ਵਿੱਚ ਸਮੁੰਦਰ ਨੂੰ ਬੰਦ ਕਰਨ ਦੀ, ਬਹੁਤ ਔਖਾ ਹੈ ਕਿਉਂਕਿ ਇੰਨੇ ਮਹਾਨ ਜੀਵਨ ਨੂੰ ਵਿਚਾਰਨਾ ਹੀ ਬਹੁਤ ਔਖਾ ਹੋ ਜਾਂਦਾ ਸਾਧ ਸੰਗਤ ਜੀ, ਪਰ ਅਸੀਂ ਕੋਸ਼ਿਸ਼ ਕੀਤੀ ਕਿ ਟੂਕ ਮਾਤਰ ਹੀ ਉਹਨਾਂ ਦੇ ਜੀਵਨ ਸੰਬੰਧੀ ਗੱਲ ਕੀਤੀ ਜਾਵੇ ਅਤੇ ਸੰਗਤਾਂ ਦੇ ਉਹਨਾਂ ਦੇ ਸੰਗਤਾਂ ਦੀ ਝੋਲੀ ਵਿੱਚ ਕੁਝ ਪਾਇਆ ਜਾਵੇ। ਅਸੀਂ ਸਾਡੀ ਇਸ ਕੋਸ਼ਿਸ਼ ਨੂੰ ਆਪ ਜੀ ਨੇ ਪ੍ਰਵਾਨ ਕਰਨਾ। ਦਾ ਸਿੱਖ ਸੇਵਕ ਆਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਸੇਵਾ ਬਖਸ਼ੀ। ਇਹ ਸੇਵਾ ਕਰਦਿਆਂ ਹੋਇਆਂ ਸ਼੍ਰੀਮਾਨ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਦਾ ਮਹਾਨ ਜੀਵਨ ਨੂੰ ਵਿਚਾਰਦਿਆਂ ਹੋਇਆਂ ਦਾਸ ਤੋਂ ਬਹੁਤ ਗਲਤੀਆਂ ਹੋ ਗਈਆਂ ਨੇ, ਬੋਲਦਿਆਂ ਹੋਇਆਂ ਵੀ ਕਿਰਪਾ ਕਰਕੇ ਆਪ ਜੀ ਉਹਨਾਂ ਗਲਤੀਆਂ ਨੂੰ ਨਾ ਵਿਚਾਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।